ਇਨਸਾਨੀ ਲਾਲਚ ਜਦੋਂ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ, ਜਦੋਂ ਇਸ ਕਾਦਰ ਪਰਮਾਤਮਾ ਦੀ ਬਣਾਏ ਹੋਏ ਸੰਤੁਲਨ ਨੂੰ ਇਨਸਾਨੀ ਲਾਲਚ ਵਿਗਾੜਨ ਦਾ ਯਤਨ ਕਰਦਾ ਹੈ, ਉਹਦੇ ਸਿੱਟੇ ਕਿੰਨੇ ਕੁ ਭਿਆਨਕ ਹੋ ਸਕਦੇ ਨੇ। ਸ਼ਾਇਦ ਅਸੀਂ ਇਸ ਗੱਲ ਦਾ ਬਹੁਤੀ ਵਾਰ ਅੰਦਾਜ਼ਾ ਨਹੀਂ ਲਗਾਉਂਦੇ। ਅੱਜ ਤੁਹਾਨੂੰ ਇੱਕ ਐਸੀ ਕਹਾਣੀ ਸੁਣਾਉਣੇ ਹੈ, ਇਤਿਹਾਸ ਦੀ ਇੱਕ ਐਸੀ ਘਟਨਾ ਕਿ ਕਾਦਰ ਦੇ ਬਣਾਏ ਹੋਏ ਕੁਦਰਤੀ ਸੰਤੁਲਨ ਨੂੰ ਜਦੋਂ ਕੇਵਲ ਆਧੁਨਿਕਤਾ ਦੇ ਨਾਂ ਦੇ ਉੱਤੇ, ਤਰੱਕੀ ਦੇ ਨਾਂ ਦੇ ਉੱਤੇ ਇਸ ਮਨੁੱਖ ਨੇ ਵਿਗਾੜਨ ਦਾ ਯਤਨ ਕੀਤਾ, ਛੇੜਛਾੜ ਕੀਤੀ ਤੇ ਕੇਵਲ 1.5-2 ਸਾਲਾਂ ਦੇ ਵਿੱਚ 4.5 ਕਰੋੜ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ, ਮੌਤ ਦੇ ਮੂੰਹ ਜਾਣਾ ਪਿਆ। ਇਤਿਹਾਸ ਦੀ ਇੱਕ ਐਸੀ ਘਟਨਾ, ਕੇਵਲ ਇੱਕ ਛੋਟਾ ਜਿਹਾ ਪੰਛੀ ਹੈ ਚਿੜੀ, ਕੇਵਲ ਚਿੜੀਆਂ ਦੇ ਕਾਰਨ 4.5 ਕਰੋੜ ਲੋਕਾਂ ਨੂੰ ਮਰਨਾ ਪਿਆ ਭੁੱਖਮਰੀ ਦੇ ਨਾਲ। ਬਹੁਤ ਵੱਡੀ ਘਟਨਾ ਹੈ ਇਤਿਹਾਸ ਦੀ, ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਲਦੀ ਵੀਡੀਓ ਸ਼ੇਅਰ ਕਰ ਦਿਓ ਔਰ ਨਵੇਂ ਆਏ ਹੋ YouTube ਚੈਨਲ ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰੋ। ਆਪਾਂ ਨਵੀਆਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਸਤਿ ਸ੍ਰੀ ਅਕਾਲ ਜੀ, ਮੈਂ ਆ ਸੁਖਬੀਰ ਸਿੰਘ ਚੈਣਾ। ਦਰਸ਼ਕੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਤੋਂ ਬਲਹਾਰੇ ਜਾਈਏ। ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਪਰਮਾਤਮਾ ਕਣ ਕਣ ਦੇ ਵਿੱਚ ਵਸਦਾ ਹੈ। ਕਟ ਕਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ। ਪਰ ਜਿਹੜੀ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਇਹ ਕਹਾਣੀ ਹੈ ਚੀਨ ਦੀ। ਚੀਨ ਨੂੰ ਅੱਜ ਦੁਨੀਆ ਦੀ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਹੈ। ਇਹ ਕਹਾਣੀ ਹੈ 1958 ਦੀ। 1958 ਦੇ ਵਿੱਚ ਕਮਿਊਨਿਸਟ ਪਾਰਟੀ ਦਾ ਰਾਜ ਚੀਨ ਦੇ ਵਿੱਚ ਚੱਲ ਰਿਹਾ ਸੀ ਔਰ ਉਸ ਸਮੇਂ ਦੇ ਮੁਖੀ ਰਾਸ਼ਟਰਪਤੀ ਮਾਓ ਜੇ ਡੋਂਗ, ਆਮ ਤੌਰ ਦੇ ਉੱਪਰ ਆਪਣੇ ਪੰਜਾਬੀ ਲੋਕ ਉਹਨੂੰ ਮੌਜੇ ਤੁੰਗ ਕਹਿ ਦਿੰਦੇ ਆ, ਪਰ ਅਸਲ ਨਾਮ ਸੀ ਉਹਦਾ ਮਾਓ ਜੇ ਡੋਂਗ। ਮਾਓ ਜੇ ਡੋਂਗ ਨੇ ਆਪਣੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਦਾ ਫੈਸਲਾ ਕੀਤਾ, ਇੱਕ ਸੁਪਨਾ ਸੰਜੋਇਆ। ਕਿਉਂਕਿ ਉਸ ਸਮੇਂ ਬ੍ਰਿਟੇਨ 1 ਨੰਬਰ ਦੇ ਉੱਪਰ ਸੀ ਔਰ ਅਮਰੀਕਾ 2 ਨੰਬਰ ਦੇ ਉੱਪਰ, ਤੇ ਚੀਨ ਆਪਣੇ ਆਪ ਨੂੰ 3 ਨੰਬਰ ਦੇ ਉੱਪਰ ਮੰਨਦਾ ਸੀ। ਪਰ ਚੀਨ ਨੇ ਆਪਣੇ ਨੀਤੀ ਘਾੜਿਆਂ ਦੇ ਨਾਲ ਇੱਕ ਘਾੜਤ ਘੜੀ ਵੀ ਜੇ ਅਸੀਂ 15 ਸਾਲ ਪੂਰੀ ਮਿਹਨਤ ਕਰੀਏ ਤੇ ਅਸੀਂ 2 ਨੰਬਰ ਦੇ ਉੱਪਰ, ਅਮਰੀਕਾ ਤੋਂ ਉੱਪਰ ਦੂਜੇ ਨੰਬਰ ਤੇ ਪਹੁੰਚ ਸਕਦੇ ਹਾਂ। ਤੇ ਉਸ ਤੋਂ ਅਗਲੇ 20 ਸਾਲਾਂ ਦੇ ਵਿੱਚ ਅਸੀਂ ਹੋਰ ਦੁੱਗਣੀ ਮਿਹਨਤ ਕਰਾਂਗੇ, ਜਿਹਦੇ ਨਾਲ ਅਸੀਂ ਕੇਵਲ ਤੇ ਕੇਵਲ 35 ਸਾਲਾਂ ਦੇ ਵਿੱਚ 1 ਨੰਬਰ ਦੀ ਤਾਕਤ ਬਣ ਸਕਦੇ ਹਾਂ। ਪਰ ਕਹਿਣਾ ਬੜਾ ਸੌਖਾ ਹੁੰਦਾ ਹੈ, ਕਰਨਾ ਬੜਾ ਔਖਾ ਹੁੰਦਾ ਹੈ। ਮਾਓ ਜੇ ਡੋਂਗ ਨੇ ਵੱਡੇ ਨੀਤੀ ਘਾੜਨ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ ਔਰ ਪੂਰੀ ਰਿਪੋਰਟ ਪੇਸ਼ ਕਰਨ ਦਾ ਜਿਹੜਾ ਸੀ ਉਹ ਫੈਸਲਾ ਦਿੱਤਾ ਵੀ ਪੂਰੀ ਰਿਪੋਰਟ ਪੇਸ਼ ਕੀਤੀ ਜਾਵੇ। ਅਸੀਂ 15 ਸਾਲਾਂ ਦੇ ਵਿੱਚ 2 ਨੰਬਰ ਦੇ ਉੱਤੇ ਕਿਵੇਂ ਪਹੁੰਚ ਸਕਦੇ ਹਾਂ। ਚੀਨ ਨੇ 2 ਫੈਸਲੇ ਕੀਤੇ। ਇੱਕ, ਚੀਨ ਦੇ ਕੋਲੇ ਖੇਤੀਬਾੜੀ ਕਰਨ ਦੇ ਲਈ ਬਹੁਤ ਵੱਡਾ ਏਰੀਆ ਹੈ ਔਰ ਦੂਜੀ, ਚੀਨ ਦੇ ਕੋਲੇ ਆਬਾਦੀ ਬਹੁਤ ਸੀ। ਤੋਂ ਮਾਓ ਜੇ ਡੋਂਗ ਨੇ ਕਿਹਾ, ਇਹ ਵੱਧਦੀ ਆਬਾਦੀ ਹੀ ਸਾਡੀ ਤਾਕਤ ਬਣੇਗੀ, ਸਾਡੀ ਖੇਤੀ ਸਾਡੀ ਤਾਕਤ ਬਣੇਗੀ। ਅਸੀਂ 2 ਪਾਸਿਆਂ ਤੋਂ ਤਰੱਕੀ ਕਰਾਂਗੇ, ਇੱਕ ਖੇਤੀ ਵਾਲੇ ਪਾਸੇ ਤੋਂ ਤੇ ਦੂਜਾ ਉਦਯੋਗਿਕ ਆਧੁਨਿਕੀਕਰਨ ਕਰਾਂਗੇ, ਜਿਹਦੇ ਨਾਲ ਦੋਨਾਂ ਪਾਸਿਆਂ ਤੋਂ ਅਸੀਂ ਤਰੱਕੀ ਕਰਕੇ 1 ਨੰਬਰ ਤੇ ਜਲਦੀ ਪਹੁੰਚਾਂਗੇ। ਤੋਂ ਸਭ ਤੋਂ ਪਹਿਲਾਂ ਚੀਨ ਨੇ ਕੀ ਕੀਤਾ, ਆਪਣੀ ਖੇਤੀ ਦੇ ਵੱਲ ਧਿਆਨ ਦਿੱਤਾ, ਫਸਲਾਂ ਦੇ ਵੱਲ ਧਿਆਨ ਦਿੱਤਾ ਔਰ ਜਿਹੜੇ ਫਸਲਾਂ ਦੇ ਵਿਦਵਾਨ ਸਨ ਉਹਨਾਂ ਨੇ ਮਾਓ ਜੇ ਡੋਂਗ ਨੂੰ ਇਹ ਰਿਪੋਰਟ ਦਿੱਤੀ ਕਿ ਬਹੁਤਾਂਤ ਜਿਹੜੀਆਂ ਫਸਲਾਂ ਨੇ ਉਹਦੇ ਵਿੱਚੋਂ ਪ੍ਰੋਡਕਸ਼ਨ ਤਾਂ ਹੁੰਦੀ ਹੈ, ਪਰ ਪ੍ਰੋਡਕਸ਼ਨ ਹੋਣ ਤੋਂ ਬਾਅਦ ਉਹ ਖਰਾਬ ਹੋ ਜਾਂਦੀ ਹੈ, ਉਹ ਸਾਰੀ ਦੀ ਸਾਰੀ ਸਾਡੇ ਕੰਮ ਨਹੀਂ ਆਉਂਦੀ। ਵੱਡਾ ਕਾਰਨ ਕੀ ਸੀ ਕਿ ਜਿਹੜੇ ਬਹੁਤ ਸਾਰੇ ਜੀਵ ਜੰਤੂ ਨੇ, ਕੀੜੇ ਮਕੌੜੇ ਨੇ, ਉਹ ਫਸਲਾਂ ਨੂੰ ਖਾ ਜਾਂਦੇ ਨੇ। ਇਸ ਕਰਕੇ ਬਹੁਤ ਸਾਰੀ ਜਿਹੜੀ ਫਸਲ ਹੈ ਉਹਨੂੰ
ਖਤਮ ਕਰ ਦਿੱਤਾ ਜਾਂਦਾ ਹੈ ਕੀੜੇ ਮਕੌੜਿਆਂ ਦੇ ਵੱਲੋਂ। ਤੇ ਸਭ ਤੋਂ ਪਹਿਲਾਂ ਨਾਮ ਆਇਆ 4 ਕੀਟਕਾਂ ਦਾ। ਸਭ ਤੋਂ ਪਹਿਲਾਂ ਚਿੜੀ, ਦੂਜਾ ਚੂਹੇ, ਤੀਜਾ ਮੱਖੀਆਂ ਤੇ ਚੌਥਾ ਮੱਛਰ। ਕਿ ਇਹ 4 ਐਸੇ ਜੀਵ ਨੇ ਜਿਹੜੇ ਫਸਲ ਨੂੰ, ਖੇਤੀਬਾੜੀ ਦੀ ਫਸਲ ਨੂੰ ਉਜਾੜਦੇ ਨੇ। ਔਰ 1 ਨੰਬਰ ਦੇ ਉੱਪਰ ਸੀ ਚਿੜੀ। ਇਹ ਵੀ ਰਿਪੋਰਟ ਦਿੱਤੀ ਗਈ ਵੀ ਇੱਕ ਜਿਹੜੀ ਚਿੜੀ ਹੈ ਉਹ 1 ਸਾਲ ਦੇ ਵਿੱਚ 4.5 ਕਿਲੋ ਅਨਾਜ ਖਾ ਜਾਂਦੀ ਹੈ। ਤੇ ਕਰੋੜਾਂ ਚਿੜੀਆਂ ਨੇ ਚੀਨ ਦੇ ਵਿੱਚ, ਇਸ ਕਰਕੇ ਉਹ ਕਰੋੜਾਂ ਜਿਹੜਾ ਕਿਲੋਗ੍ਰਾਮ ਕਹਿ ਲਓ ਵੀ ਕਰੋੜਾਂ ਅਰਬਾਂ ਖਰਬਾਂ ਦਾ ਰੁਪਈਆ ਜਿਹੜਾ ਹੈ ਉਹ ਖੇਤੀਬਾੜੀ ਦੀ ਫਸਲ ਆ ਜਿਹੜੀ ਉਹ ਉਜਾੜ ਕੇ ਰੱਖ ਦਿੱਤੀ ਜਾਂਦੀ ਹੈ। ਇਸ ਕਰਕੇ ਉਸ ਸਮੇਂ ਚੀਨ ਦੀ ਸਰਕਾਰ ਨੇ ਇਹ ਫੈਸਲਾ ਕੀਤਾ 1958 ਦੇ ਵਿੱਚ, ਜਿਹਨੂੰ ਦਾ ਗ੍ਰੇਟ ਸਪੈਰੋ ਕੰਪੇਨ ਕਿਹਾ ਜਾਂਦਾ ਹੈ। ਕਈ ਥਾਵਾਂ ਦੇ ਉੱਤੇ ਇਹਨੂੰ 4 ਕੀਟ ਅਭਿਆਨ ਵੀ ਕਿਹਾ ਜਾਂਦਾ ਹੈ, 4 ਕੀਟ ਕੰਪੇਨ। ਇਹਦੇ ਵਿੱਚ 4 ਕੀਟ ਜਿਹੜੇ ਸਨ ਉਹਨਾਂ ਨੂੰ ਮੇਨ ਚੁਣਿਆ ਗਿਆ ਖਤਮ ਕਰਨ ਦੇ ਲਈ, ਵੀ ਇਹ 4 ਤਰ੍ਹਾਂ ਦੇ ਜਿਹੜੇ ਜੀਵ ਨੇ ਇਹ ਖਤਮ ਹੋ ਜਾਣ ਤੇ ਸਾਡੀ ਜਿਹੜੀ ਫਸਲ ਦੀ ਉਤਪਾਦਕਤਾ ਹੈ ਉਹ ਵੱਧ ਸਕਦੀ ਹੈ ਔਰ ਅਸੀਂ ਆਪਣੀ ਫਸਲ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਚ ਕੇ ਭਾਰੀ ਨਫਾ ਕਮਾ ਸਕਦੇ ਹਾਂ, ਤਰੱਕੀ ਕਰ ਸਕਦੇ ਹਾਂ। ਇਸ ਕਰਕੇ ਸਭ ਤੋਂ ਪਹਿਲਾਂ ਵਾਰੀ ਆਈ ਚਿੜੀਆਂ ਨੂੰ ਮਾਰਨ ਦੀ। ਚਿੜੀਆਂ ਨੂੰ ਮਾਰਨ ਦੇ ਲਈ ਇੱਕ ਨਾਅਰਾ ਦਿੱਤਾ ਗਿਆ, ਦਾ ਗ੍ਰੇਟ ਲੀਪ ਫੋਰਵਰਡ। ਇਹਦਾ ਅਰਥ ਬਣਦਾ ਸੀ ਅੱਗੇ ਵੱਲ ਨੂੰ ਇੱਕ ਮਹਾਨ ਛਲਾਂਗ ਤਰੱਕੀ ਦੇ ਲਈ। ਔਰ ਉਸ ਤੋਂ ਬਾਅਦ ਚੀਨ ਦੇ ਲੋਕਾਂ ਨੂੰ ਇੱਕ ਨਾਅਰਾ ਦਿੱਤਾ ਗਿਆ। ਉਹ ਨਾਅਰਾ ਕੀ ਸੀ? ਚਿੜੀਆਂ ਨੂੰ ਮਟਾਉਣਾ ਹੈ, ਚੀਨ ਨੂੰ ਚਮਕਾਉਣਾ ਹੈ। ਨਾਅਰਾ ਦਿੱਤਾ ਗਿਆ ਔਰ ਬਕਾਇਦਾ ਇਹ ਫੈਸਲਾ ਦਿੱਤਾ ਗਿਆ ਵੀ ਹਰ ਇੱਕ ਦੇਸ਼ ਦਾ ਨਾਗਰਿਕ ਚਿੜੀਆਂ ਨੂੰ ਖਤਮ ਕਰਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਦੇਵੇ। ਕੀ ਦੇਸ਼ ਦੀ ਪੁਲਿਸ, ਕੀ ਦੇਸ਼ ਦੀ ਫੌਜ, ਕੀ ਦੇਸ਼ ਦੇ ਸਰਕਾਰੀ ਅਧਿਕਾਰੀ, ਸਕੂਲਾਂ ਵਿੱਚ ਪੜ੍ਹਦੇ ਹੋਏ ਬੱਚੇ, ਕਾਲਜਾਂ ਵਿੱਚ ਪੜ੍ਹਦੇ ਹੋਏ ਵਿਦਿਆਰਥੀ, ਆਮ ਬਾਜ਼ਾਰਾਂ ਵਿੱਚ ਆਮ ਦੁਕਾਨਦਾਰ ਤੇ ਆਮ ਲੋਕਾਂ ਦੇ ਵਿੱਚ ਵੀ ਜਿਹੜਾ ਸੀ ਇਸ ਲਈ ਜਾਗਰੂਕਤਾ ਅਭਿਆਨ ਚਲਾਇਆ ਗਿਆ ਕਿ ਚਿੜੀਆਂ ਨੂੰ ਮਾਰਨਾ ਦੇਸ਼ ਦੀ ਸੇਵਾ ਕਰਨਾ ਹੈ। ਕਮਾਲ ਦੀ ਗੱਲ ਹੋ ਗਈ ਕਿ ਇਨਸਾਨੀ ਲਾਲਚ ਨੇ ਜੀਵਾਂ ਨੂੰ ਮਾਰਨਾ ਹੀ ਦੇਸ਼ ਭਗਤੀ ਸਮਝ ਲਿਆ ਔਰ ਇਹ ਦੇਸ਼ ਦੀ ਸੇਵਾ ਮੰਨੀ ਜਾਏਗੀ। ਤੋ ਦਰਸ਼ਕੋ 1958 ਦੇ ਵਿੱਚ ਟ੍ਰੇਨਿੰਗ ਕੈਂਪ ਲਾਏ ਗਏ ਥਾਂ ਦੇ ਉੱਪਰ। ਚਿੜੀਆਂ ਨੂੰ ਕਿਵੇਂ ਮਾਰਨਾ ਹੈ, ਕਿਹੜੇ ਤਰੀਕੇ ਨਾਲ ਮਾਰਨਾ ਹੈ, ਇਦਾਂ ਦੀ ਗੱਲਾਂ ਚਲਾਈਆਂ ਗਈਆਂ ਔਰ ਥਾਂ ਦੇ ਉੱਤੇ ਚਿੜੀਆਂ ਦਾ ਕਤਲ ਸ਼ੁਰੂ ਹੋ ਗਿਆ। ਜਿਹੜੇ ਲੋਕ ਸਨ ਉਹਨਾਂ ਨੇ ਤਰੀਕਾ ਕੀ ਅਪਣਾਇਆ ਕਿ ਜਿਹੜੀਆਂ ਚਿੜੀਆਂ ਨੇ ਇਹਨਾਂ ਨੂੰ ਆਰਾਮ ਦੇ ਨਾਲ ਬੈਠਣ ਦਿੱਤਾ ਜਾਏ। ਸਭ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਟਿਕਾਣੇ ਸੀ, ਆਲ੍ਹਣੇ ਸੀ, ਇਹ ਖਤਮ ਕੀਤੇ ਗਏ ਚੀਨ ਦੇ ਆਮ ਲੋਕਾਂ ਦੇ ਵੱਲੋਂ ਵੀ। ਢੋਲ ਵਜਾਏ ਜਾਣ, ਡਮਰੂ ਵਜਾਏ ਜਾਣ, ਥਾਲੀਆਂ ਪਲੇਟਾਂ ਬਰਤਨਾਂ ਦਾ ਖੜਕਾ ਕੀਤਾ ਜਾਵੇ ਜਿਹਦੇ ਨਾਲ ਜਿਹੜੀਆਂ ਚਿੜੀਆਂ ਨੇ ਉਹ ਆਰਾਮ ਨਾਲ ਕਿਤੇ ਬੈਠ ਨਾ ਸਕਣ। ਔਰ ਜਿਹੜੇ ਲੋਕ ਚਿੜੀਆਂ ਮਾਰ ਕੇ ਦਿਖਾਉਂਦੇ ਸੀ ਉਹਨਾਂ ਨੂੰ ਭਾਰੀ ਇਨਾਮ ਵੀ ਦਿੱਤਾ ਜਾਂਦਾ ਸੀ, ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ ਸੀ। ਮਾਨੋ ਚੀਨ ਦੇ ਵਿੱਚ ਚਿੜੀਆਂ ਦੇ ਵਿਰੁੱਧ ਇੱਕ ਬਹੁਤ ਵੱਡੀ ਜੰਗ ਛੇੜ ਦਿੱਤੀ ਜਾਵੇ ਤਾਂ ਜੰਗ ਛਿੜ ਗਈ, ਜਿਸ ਦੇ ਵਿੱਚ ਪਹਿਲੇ ਦਿਨ ਹੀ 2 ਲੱਖ ਚਿੜੀਆਂ ਸੀ ਜਿਹੜੀਆਂ ਉਹ ਚੀਨੀਆਂ ਨੇ ਮਾਰ ਦਿੱਤੀਆਂ। ਢੋਲ ਵਜਾਏ ਜਾਂਦੇ, ਖੜਕਾ ਕੀਤਾ ਜਾਂਦਾ ਔਰ ਘੰਟਿਆਂ ਬੱਧੀ ਚਿੜੀਆਂ ਜਿਹੜੀਆਂ ਸੀ ਉਹ ਅਸਮਾਨ ਵਿੱਚ ਉੱਡਦੀਆਂ, ਉਹਨਾਂ ਨੂੰ ਬੈਠਣ ਨਾ ਦਿੱਤਾ ਜਾਂਦਾ। ਅਖੀਰ ਨੂੰ ਜਦੋਂ ਸਰੀਰ ਜਵਾਬ ਦੇ ਜਾਂਦਾ, ਥੱਕ ਜਾਂਦੀਆਂ ਚਿੜੀਆਂ ਧਰਤੀ ਉੱਤੇ ਡਿੱਗਦੀਆਂ, ਉਹਨਾਂ ਨੂੰ ਪੈਰਾਂ ਥੱਲੇ ਮਸਲ ਦਿੱਤਾ ਜਾਂਦਾ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਡੰਡੇ ਮਾਰ ਕੇ, ਸੋਟੀਆਂ ਮਾਰ ਕੇ। ਇੰਜ ਹੁਣ ਰੋਜ਼ਾਨਾ ਲੋਕਾਂ ਦਾ ਕੰਮ ਹੀ ਇਹ ਹੋ ਗਿਆ ਕਿ ਰੋਜ਼ਾਨਾ ਹੀ ਲੱਖਾਂ ਜਿਹੜੀਆਂ ਚਿੜੀਆਂ ਨੇ ਉਹ ਮਾਰੀਆਂ ਜਾਣ ਲੱਗੀਆਂ। ਕੇਵਲ ਚਿੜੀਆਂ ਹੀ ਨਹੀਂ, ਚਿੜੀਆਂ ਦੇ ਨਾਲ ਜਿਹੜੇ ਆਮ ਲੋਕੀ ਸੀ ਉਹਨਾਂ ਨੇ ਹੋਰ ਜਿਹੜੇ ਪੰਛੀ ਸੀ, ਗਟਾਰਾਂ ਤੋਂ ਲੈ ਕੇ ਕਬੂਤਰ ਤੋਂ ਲੈ ਕੇ ਕਾਵਾਂ ਤੱਕ, ਜਿਹੜੇ ਹੋਰ ਜੀਵ ਸੀ ਉਹ ਵੀ ਨਾਲ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਇਹ ਸਭ ਕੁਝ ਕੀਤਾ ਗਿਆ, ਚੂਹਿਆਂ ਨੂੰ ਵੀ ਮਾਰਿਆ ਜਾਣ ਲੱਗਿਆ,
ਮੱਖੀਆਂ ਮੱਛਰਾਂ ਨੂੰ ਵੀ, ਪਰ ਜਿਹੜਾ ਬਹੁਤਾ ਜ਼ੁਲਮ ਸੀ, ਬਹੁਤਾ ਕਤਲੇਆਮ ਸੀ ਜਿਹੜਾ ਉਹ ਚਿੜੀਆਂ ਦੇ ਉੱਪਰ ਕੀਤਾ ਗਿਆ। ਕੇਵਲ 1.5 ਸਾਲ ਦੇ ਵਿੱਚ ਚੀਨ ਦੇ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਵੀ ਇੱਕ ਵੀ ਜਿਹੜੀ ਚਿੜੀ ਹੈ ਉਹ ਚੀਨ ਦੇ ਵਿੱਚ ਨਹੀਂ ਬਚੀ। ਕਰੋੜਾਂ ਚਿੜੀਆਂ ਚੀਨੀਆਂ ਨੇ 1.5 ਸਾਲ ਦੇ ਵਿੱਚ ਖਤਮ ਕਰ ਦਿੱਤੀਆਂ ਔਰ ਇਸ ਮੁਹਿੰਮ ਨੂੰ ਸਫਲ ਮੰਨਿਆ ਗਿਆ। ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਕਿ ਅਸੀਂ ਇੱਕ ਬਹੁਤ ਵੱਡੀ ਜੰਗ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ। ਪਰ ਇਹ ਖੁਸ਼ੀ ਸੀ ਜਿਹੜੀ ਇਹ ਬਹੁਤਾ ਚਿਰ ਕਾਇਮ ਨਾ ਰਹਿ ਸਕੀ। ਹੁਣ ਚੀਨੀ ਭਾਵੇਂ ਖੁਸ਼ ਸਨ ਕਿ ਹੁਣ ਸਾਡੀ ਜਿਹੜੀ ਫਸਲ ਹੈ ਉਹ ਦੁੱਗਣੀ ਹੋਇਆ ਕਰੇਗੀ, ਕਿਉਂਕਿ ਇਹ ਜਿਹੜੇ ਪੰਛੀ ਸਨ, ਇਹ ਕੀਟ ਸਨ, ਉਹ ਸਾਡੀਆਂ ਫਸਲਾਂ ਨੂੰ ਖਾ ਜਾਂਦੇ ਸੀ, ਖਰਾਬ ਕਰ ਦਿੰਦੇ ਸੀ। ਪਰ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ, ਇੱਕ ਸੰਤੁਲਨ ਬਣਾਇਆ ਹੋਇਆ ਕਿ ਹਰ ਇੱਕ ਇਸ ਸੰਸਾਰ ਉੱਤੇ ਕੁਝ ਵੀ ਪਰਮਾਤਮਾ ਨੇ ਵਿਅਰਥ ਨਹੀਂ ਬਣਾਇਆ, ਕੁਝ ਵੀ ਵਾਧੂ ਨਹੀਂ ਬਣਾਇਆ। ਹਰ ਇੱਕ ਚੀਜ਼ ਨੂੰ ਲੋੜ ਹੈ ਇਸ ਸੰਸਾਰ ਨੂੰ। ਇਸੇ ਤਰ੍ਹਾਂ ਪਸ਼ੂ ਪੰਛੀਆਂ, ਜੀਵਾਂ ਜੰਤੂਆਂ, ਪਹਾੜਾਂ, ਜੰਗਲਾਂ, ਗੁਫਾਵਾਂ, ਬਨਸਪਤੀ ਦੀ, ਛੋਟੇ ਪੌਦਿਆਂ ਦੀ, ਵੱਡੇ ਦਰਖਤਾਂ ਦੀ, ਹਰ ਇੱਕ ਚੀਜ਼ ਦੀ ਲੋੜ ਹੈ ਇਸ ਸੰਸਾਰ ਦੇ ਬੈਲੈਂਸ ਨੂੰ, ਸੰਤੁਲਨ ਨੂੰ ਕਾਇਮ ਰੱਖਣ ਦੇ ਲਈ। ਕੇਵਲ 3 ਮਹੀਨਿਆਂ ਦਾ ਸਮਾਂ ਬਤੀਤ ਹੋਇਆ, ਗੱਲ ਉਲਟੀ ਪੈ ਗਈ। ਚਿੜੀਆਂ ਖਤਮ ਹੋ ਗਈਆਂ, ਪਰ ਚਿੜੀਆਂ ਕੱਲਾ ਦਾਣਾ ਨਹੀਂ ਸੀ ਖਾਂਦੀਆਂ, ਕੱਲਾ ਚੋਗਾ ਨਹੀਂ ਸੀ ਖਾਂਦੀਆਂ, ਚੂਹੇ ਕੱਲਾ ਦਾਣਾ ਨਹੀਂ ਸੀ ਕੁਤਰਦੇ, ਨਾਲ ਨਾਲ ਹੋਰ ਬਹੁਤ ਸਾਰੇ ਐਸੇ ਛੋਟੇ ਛੋਟੇ ਜੀਵ ਸਨ ਜਿਨ੍ਹਾਂ ਨੂੰ ਇਹ ਚਿੜੀਆਂ ਮਾਰ ਜਾਂਦੀਆਂ ਸੀ। ਚਿੜੀਆਂ ਮਰੀਆਂ। ਪੂਰੇ ਚੀਨ ਦੇ ਵਿੱਚ ਟਿੱਡੀ ਦਲ ਹੌਲੀ ਹੌਲੀ ਵਧਣ ਲੱਗਾ। ਕਰੋੜਾਂ ਦੀ ਗਿਣਤੀ 'ਚ ਟਿੱਡੀਆਂ ਸਨ ਜਿਹੜੀਆਂ ਉਹ ਫਸਲਾਂ ਦੇ ਉੱਪਰ ਹੁਣ ਹਮਲੇ ਕਰਨ ਲੱਗੀਆਂ। ਜਿਹੜੇ ਕਹਿੰਦੇ ਸੀ ਕਿ ਇੱਕ ਸਾਲ ਦੇ ਵਿੱਚ 4-4.5 ਕਿਲੋ ਜਿਹੜੀ ਹੈ ਉਹ ਅਨਾਜ ਚਿੜੀ ਖਾ ਜਾਂਦੀ ਹੈ। ਟਿੱਡੀਆਂ ਦੇ ਦਲਾਂ ਦੇ ਦਲ ਆਉਂਦੇ, ਹਜ਼ਾਰਾਂ ਏਕੜ ਜ਼ਮੀਨਾਂ ਨੂੰ ਇਦਾਂ ਬਰਬਾਦ ਕਰਕੇ ਕੁਝ ਮਿੰਟਾਂ ਵਿੱਚ ਅੱਗੇ ਨੂੰ ਚਲੇ ਜਾਂਦੇ। ਲੋਕਾਂ 'ਚ ਹਾਹਾਕਾਰ ਮਚ ਗਈ। ਮਹਿੰਗੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸ਼ੁਰੂ ਹੋ ਗਈ, ਪਰ ਸਾਰੇ ਦੇ ਸਾਰੇ ਯਤਨ ਅਸਫਲ ਸਾਬਤ ਹੋਏ, ਕਿਉਂਕਿ ਟਿੱਡੀਆਂ ਦੇ ਦਲ ਇੰਨੀ ਗਿਣਤੀ ਵਿੱਚ ਆਉਂਦੇ ਸਨ ਕਿ ਆਮ ਬੰਦੇ ਨੂੰ ਉਹਨਾਂ ਫਸਲਾਂ ਦੇ ਵਿੱਚ ਖੜਨਾ ਵੀ ਔਖਾ ਹੋ ਜਾਂਦਾ ਸੀ। ਔਰ ਟਿੱਡੀਆਂ ਨੇ ਆਉਣਾ ਔਰ ਸੈਂਕੜੇ ਏਕੜ ਜ਼ਮੀਨ ਕੁਝ ਕੁ ਮਿੰਟਾਂ ਦੇ ਵਿੱਚ ਹੀ ਚਪਟ ਕਰਕੇ ਖਤਮ ਕਰਕੇ ਪਰੇ ਤੁਰ ਜਾਣਾ। ਇੰਜ ਕਰਕੇ ਕੇਵਲ ਤੇ ਕੇਵਲ 6 ਮਹੀਨਿਆਂ ਦੇ ਵਿੱਚ ਜਿਹੜਾ ਚੀਨ ਦਾ ਅਨਾਜ ਸੀ ਉਹ ਖਤਮ ਹੋ ਗਿਆ ਤੇ ਨਵਾਂ ਅਨਾਜ ਸੀ ਜਿਹੜਾ ਉਹ ਟਿੱਡੀਆਂ ਨੇ ਸਾਰਾ ਖਾ ਲਿਆ। ਔਰ 2-2.5 ਸਾਲਾਂ ਦੇ ਜਿਹੜਾ ਚੀਨ ਦੇ ਵਿੱਚ ਭੁੱਖਮਰੀ ਮਹਾਕਾਲ, ਚੀਨ ਦੇ ਇਤਿਹਾਸ ਦਾ ਸਭ ਤੋਂ ਵੱਡੀ ਭੁੱਖਮਰੀ, ਸਭ ਤੋਂ ਵੱਡਾ ਅਕਾਲ ਪੈਦਾ ਹੋ ਗਿਆ। ਲੱਖਾਂ ਲੋਕ ਮਰਨ ਲੱਗੇ, ਲੱਖਾਂ ਲੋਕ ਭੁੱਖਮਰੀ ਨਾਲ ਵਿਲਕਣ ਲੱਗੇ। ਔਰ ਜਿੱਥੇ ਪਹਿਲਾਂ ਚਿੜੀਆਂ ਦੇ ਖਾਰ ਪਾ ਕੇ, ਕਿਉਂਕਿ ਇਹ ਮੰਨਿਆ ਜਾਂਦਾ ਸੀ ਚਿੜੀਆਂ ਨੂੰ ਮਾਰ ਕੇ ਉਹਨਾਂ ਨੇ ਸੂਇਆਂ ਦੇ ਨਾਲ ਸਰੀਰਾਂ ਵਿੱਚ ਛੇਕ ਕਰਕੇ ਉਹਨਾਂ ਦੇ ਹਾਰ ਬਣਾ ਕੇ ਬਾਜ਼ਾਰਾਂ ਵਿੱਚ ਟੰਗੇ ਜਾਂਦੇ ਸੀ। ਚਿੜੀਆਂ ਦੇ ਮਰੀਆਂ ਹੋਈਆਂ ਚਿੜੀਆਂ ਦੇ ਹਾਰ ਬਣਾ ਕੇ ਬਾਜ਼ਾਰਾਂ 'ਚ ਟੰਗੇ ਜਾਂਦੇ ਹੁੰਦੇ ਸੀ, ਕਿਉਂਕਿ ਕਹਿੰਦੇ ਸੀ ਦੇਸ਼ ਭਗਤੀ ਹੈ ਜੀ, ਇਹ ਦੇਸ਼ ਦੀ ਸੇਵਾ ਕਰ ਰਹੇ ਹਾਂ। ਪਰ ਹੁਣ ਗੱਲ ਉਲਟ ਪੈ ਚੁੱਕੀ ਸੀ, ਕਿਉਂਕਿ ਚਿੜੀਆਂ, ਚੂਹੇ, ਮੱਖੀ, ਮੱਛਰ ਜਿਹੜੇ ਟਿੱਡੀਆਂ ਨੂੰ ਜਾਂ ਹੋਰ ਜੀਵ ਜੰਤੂਆਂ ਨੂੰ ਖਤਮ ਕਰਦੇ ਸੀ ਉਹ ਹੁਣ ਦਿਨੋਂ ਦਿਨ ਵੱਧ ਰਹੇ ਸਨ। ਕੇਵਲ ਤੇ ਕੇਵਲ 1 ਸਾਲ ਦੇ ਵਿੱਚ ਵੱਖ-ਵੱਖ ਜਿਹੜੇ ਸਰਵੇਖਣ ਨੇ ਉਹਨਾਂ ਦੇ ਅਨੁਸਾਰ 3.5 ਤੋਂ 4.5 ਕਰੋੜ ਲੋਕ ਭੁੱਖਮਰੀ ਦੇ ਨਾਲ ਹੀ ਮਰ ਗਏ, ਕਿਉਂਕਿ ਅਨਾਜ ਕਿਤੋਂ ਨਹੀਂ ਸੀ ਮਿਲ ਰਿਹਾ। ਟਿੱਡੀਆਂ ਨੇ ਸਾਰਾ ਅਨਾਜ ਸੀ, ਜਿਹੜੀਆਂ ਫਸਲਾਂ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ। ਤੋ ਦਰਸ਼ਕੋ, ਅਖੀਰ ਨੂੰ ਚੀਨ ਨੂੰ ਆਪਣੇ ਫੈਸਲਾ ਵਾਪਸ ਲੈਣਾ ਪਿਆ ਔਰ ਬਹੁਤ ਵੱਡੀ ਆਪਾਤਕਾਲੀਨ ਸਥਿਤੀ ਚੀਨ ਵਿੱਚ ਪੈਦਾ ਹੋ ਗਈ, ਜਿਹਦੇ ਵਿੱਚ 4.5 ਕਰੋੜ ਲੋਕ ਥੋੜੇ ਦੇ ਸਮੇਂ ਦੇ ਵਿੱਚ ਹੀ ਇਸ ਸੰਸਾਰ ਤੋਂ ਇਸ ਕਰਕੇ ਚਲੇ ਗਏ ਕਿਉਂਕਿ
ਭੁੱਖਮਰੀ ਪੈ ਗਈ ਸੀ, ਉਹਨਾਂ ਨੂੰ ਅਨਾਜ ਨਹੀਂ ਸੀ ਮਿਲ ਸਕਿਆ। ਭਾਵੇਂ ਕਿਹੜੇ ਚੀਨ ਦੀਆਂ ਸਰਕਾਰੀ ਰਿਪੋਰਟਾਂ ਨੇ ਉਹਦੇ ਵਿੱਚ 1.5 ਕਰੋੜ ਲੋਕ ਉਹਨਾਂ ਨੇ ਮੰਨਿਆ, ਪਰ ਸਰਕਾਰੀ ਰਿਪੋਰਟਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਵੀ ਜਾਣਦੇ ਹਾਂ ਵੀ ਉਹ ਕਦੇ ਸਹੀ ਨਹੀਂ ਹੁੰਦੀਆਂ। ਸੱਚੇ ਤੱਥ, ਸਹੀ ਤੱਥ ਛੁਪਾਏ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਆਪਣੀ ਜਿਹੜੀ ਹੈ ਬੇਇੱਜ਼ਤੀ ਨੂੰ, ਆਪਣੇ ਅਪਮਾਨ ਨੂੰ ਛੁਪਾਉਣ ਦੇ ਲਈ। ਪਰ ਜਿਹੜੇ ਉੱਥੋਂ ਦੇ ਲੋਕਲ ਪੱਤਰਕਾਰ ਸਨ ਜਿਨ੍ਹਾਂ ਨੇ ਆਪਣੀ ਇਹ ਸਭ ਕੁਝ ਅੱਖੀਂ ਦੇਖਿਆ, ਉਹਨਾਂ ਦੀਆਂ ਰਿਪੋਰਟਾਂ ਕਹਿੰਦੀਆਂ ਨੇ ਵੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ 4.5 ਕਰੋੜ ਲੋਕ ਚੀਨ ਦੇ ਵਿੱਚ ਮਾਰੇ ਗਏ ਭੁੱਖਮਰੀ ਦੇ ਨਾਲ, ਅਕਾਲ ਪੈਣ ਦੇ ਨਾਲ। ਔਰ ਇੱਕ ਕਿਤਾਬ ਜਿਹੜੀ ਛਪੀ ਸੀ ਉਸ ਸਮੇਂ ਦੇ ਟੌਮ ਸਟੋਨ, ਇਹ ਉਸ ਪੱਤਰਕਾਰ ਦੇ ਵੱਲੋਂ ਛਾਪੀ ਗਈ ਕਿਤਾਬ ਸੀ, ਜਿਹੜੀ ਉਸ ਸਮੇਂ ਪੱਤਰਕਾਰ ਨੇ ਇਹ ਹਾਲਾਤਾਂ ਨੂੰ ਆਪਣੇ ਅੱਖੀਂ ਦੇਖਿਆ ਸੀ। ਔਰ ਬਾਅਦ ਵਿੱਚ ਇਹ ਕਿਤਾਬ ਸੀ ਜਿਹੜੀ ਉਹ ਚੀਨ ਦੇ ਵਿੱਚ ਬੈਨ ਕਰ ਦਿੱਤੀ ਗਈ, ਔਰ ਅੱਜ ਤੱਕ ਜਿਹੜੀ ਇਹ ਕਿਤਾਬ ਹੈ ਚੀਨ ਦੇ ਵਿੱਚ ਜਿਹੜੀ ਹੈ ਉਹ ਬੈਨ ਤੁਰੀ ਆਉਂਦੀ ਹੈ। ਸੋ ਦਰਸ਼ਕੋ, ਕੇਵਲ ਇਨਸਾਨੀ ਲਾਲਚ, ਇਨਸਾਨੀ ਤਰੱਕੀ ਦੇ ਨਾਮ ਦੇ ਹੇਠਾਂ ਜਦੋਂ ਮਨੁੱਖ ਨੇ ਕੁਦਰਤ ਦੇ ਸੰਤੁਲਨ ਦੇ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ ਤੇ ਨਤੀਜੇ ਉਸ ਨੂੰ ਭੁਗਤਣੇ ਪਏ। ਸੋ ਚੀਨ ਨੇ ਚਿੜੀਆਂ ਮਾਰੀਆਂ ਔਰ ਚਿੜੀਆਂ ਦੇ ਮਾਰਨ ਦੇ ਕਾਰ 4.5 ਕਰੋੜ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸੋ ਕੁਦਰਤ ਦਾ ਨਿਯਮ ਹੈ, ਜਿੱਦਾਂ ਦਾ ਮਨੁੱਖ ਕੁਦਰਤ ਦੇ ਨਾਲ ਵਰਤਾਓ ਕਰਦਾ ਹੈ, ਕੁਦਰਤ ਦੁੱਗਣਾ ਹੋ ਕੇ ਉਹਦਾ ਜਵਾਬ ਦਿੰਦੀ ਹੈ। ਸੋ ਇਹ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ, ਕਮੈਂਟ ਬਾਕਸ ਵਿੱਚ ਜਾ ਕੇ ਸਾਨੂੰ ਜ਼ਰੂਰ ਦੱਸਿਓ। ਜੇ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ। ਅਸੀਂ ਵੱਧ ਤੋਂ ਵੱਧ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਮੈਂ ਸੁਖਵੀਰ ਸਿੰਘ ਚੈਣਾ, ਧੰਨਵਾਦ।